ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਡੇ ਚੈਨਲ ਡੇਲੀ ਜੌਬ ਅਲਰਟ ਪੰਜਾਬ ਤੇ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬ ਪੁਲਿਸ ਸਿਵਿਲੀਅਨ ਸਪੋਰਟ ਸਟਾਫ ਦੀਆਂ ਪੋਸਟ ਜੋ ਕਿ ਅੱਜ ਹੀ ਸਟਾਰਟ ਹੋਈਆਂ ਨੇ। ਇਸ ਵੀਡੀਓ ਦੇ ਵਿੱਚ ਤੁਹਾਨੂੰ ਇਸ ਪੋਸਟ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਪੋਸਟ ਨੂੰ ਤੁਸੀਂ ਕਿਵੇਂ ਅਪਲਾਈ ਕਰਨਾ ਹੈ, ਕਿੰਨੀਆਂ ਪੋਸਟ ਨੇ, ਕੀ ਇਸ ਦਾ ਸਿਲੇਬਸ ਹੈ, ਕੀ ਇਸ ਦੀ ਕੁਆਲੀਫਿਕੇਸ਼ਨ ਹੈ, ਇਸ ਦੀ ਏਜ ਲਿਮਿਟ ਕੀ ਹੈ, ਇਸ ਦੀ ਐਪਲੀਕੇਸ਼ਨ ਫੀਸ ਵਗੈਰਾ ਕਿੰਨੀ ਹੈ। ਹਰ ਇੱਕ ਚੀਜ਼ ਦੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਜਾਊਗੀ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ। ਆਓ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਜੋ ਅੱਜ ਦੀਆਂ ਪੋਸਟ ਆਈਆਂ ਨੇ ਉਸ ਦੇ ਵਿੱਚ 9 ਤਰ੍ਹਾਂ ਦੀਆਂ ਪੋਸਟ ਨੇ। ਜੋ ਪਹਿਲੀ ਪੋਸਟ ਹੈ ਉਹ ਹੈ ਲੀਗਲ ਆਫੀਸਰ ਦੀ, ਜਿਸ ਦੇ ਵਿੱਚ 11 ਪੋਸਟਾਂ ਨੇ ਉਸ ਦੀਆਂ। ਜੋ ਦੂਸਰੀ ਪੋਸਟ ਹੈ ਉਹ ਹੈ ਅਸਿਸਟੈਂਟ ਲੀਗਲ ਆਫੀਸਰ, ਇਸ ਦੀਆਂ 120 ਪੋਸਟਾਂ ਨੇ। ਉਸ ਤੋਂ ਬਾਅਦ ਹੈ ਜੀ ਫੋਰੈਂਸਿਕਸ ਆਫੀਸਰ, ਉਸ ਦੀਆਂ 24 ਪੋਸਟ ਨੇ। ਚੌਥੀ ਪੋਸਟ ਹੈ ਜੀ ਅਸਿਸਟੈਂਟ ਫੋਰੈਂਸਿਕਸ ਆਫੀਸਰ, ਇਸ ਦੀਆਂ 150 ਪੋਸਟਾਂ ਨੇ। 5ਵੇਂ ਨੰਬਰ 'ਤੇ ਹੈ ਜੀ ਕੰਪਿਊਟਰ ਡਿਜੀਟਲ ਫੋਰੈਂਸਿਕਸ ਆਫੀਸਰ, ਇਸ ਦੀਆਂ 13 ਪੋਸਟਾਂ ਨੇ। 6ਵੀਂ ਪੋਸਟ ਹੈ ਜੀ ਇਨਫੋਰਮੇਸ਼ਨ ਟੈਕਨੋਲੋਜੀ ਆਫੀਸਰ, 21 ਪੋਸਟਾਂ। 7ਵੀਂ ਹੈ ਜੀ ਇਨਫੋਰਮੇਸ਼ਨ ਟੈਕਨੋਲੋਜੀ ਅਸਿਸਟੈਂਟ, 214 ਪੋਸਟਾਂ। ਤੇ ਜੋ ਫਾਈਨੈਂਸ਼ੀਅਲ ਆਫੀਸਰ ਹੈ ਇਸ ਦੀਆਂ ਪੋਸਟ ਨੇ ਜੀ 11। ਤੇ ਆਪਣੀ ਲਾਸਟ ਜੋ ਪੋਸਟ ਹੈ ਉਹ ਹੈ ਅਸਿਸਟੈਂਟ ਫਾਈਨੈਂਸ਼ੀਅਲ ਇਨਵੈਸਟੀਗੇਟਰ, ਅਸਿਸਟੈਂਟ ਫਾਈਨੈਂਸ਼ੀਅਲ ਇਨਵੈਸਟੀਗੇਟਰ, ਇਸ ਦੀਆਂ ਪੋਸਟ ਨੇ ਜੀ 70। ਤੁਹਾਨੂੰ ਇੱਕ ਗੱਲ ਇਸ ਵੀਡੀਓ ਵਿੱਚ ਹੋਰ ਦੱਸ ਦਈਏ ਕਿ ਜੋ ਇਹ ਪੋਸਟ ਨੇ ਇਹਨਾਂ ਦੇ ਵਿੱਚ ਕੋਈ ਵੀ ਮਿਨੀਮਮ ਹਾਈਟ ਨਹੀਂ ਰੱਖੀ ਗਈ ਤੇ ਨਾ ਹੀ ਕੋਈ ਫਿਜ਼ੀਕਲ ਹੈ। ਤੇ ਜੋ ਇਸ ਦਾ ਐਗਜ਼ਾਮ ਹੋਏਗਾ, ਟੈਸਟ ਹੋਏਗਾ, ਉਹ ਹੋਏਗਾ ਕੰਪਿਊਟਰ ਬੇਸਡ। ਜੋ ਇਸ ਦੀ ਸਟਾਰਟਿੰਗ ਡੇਟ ਹੈ ਜੀ ਉਹ ਹੈ ਅੱਜ 17 ਅਗਸਤ। ਤੁਸੀਂ ਇਸ ਨੂੰ ਪੰਜਾਬ ਪੁਲਿਸ ਦੀ ਜੋ ਵੈਬਸਾਈਟ ਹੈ ਉਸ 'ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਅਪਲਾਈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਅਤੇ ਉਸ ਦੇ ਨਾਲ ਹੀ ਤੁਹਾਨੂੰ ਇਸ ਦਾ ਜੋ PDF ਹੈ ਉਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ। ਇਸ ਦੀ ਜੋ ਲਾਸਟ ਡੇਟ ਹੈ ਉਹ ਹੈ 7 ਸਤੰਬਰ ਰਾਤ ਦੇ 11:55 ਤੱਕ। ਜੋ ਇਸ ਦੀ ਏਜ ਲਿਮਿਟ ਹੈ ਉਹ ਜੋ ਤੁਹਾਡੀ ਏਜ ਹੋਣੀ ਚਾਹੀਦੀ ਹੈ ਉਹ 1 ਜਨਵਰੀ 2021 ਦੇ ਹਿਸਾਬ ਨਾਲ ਹੋਣੀ ਚਾਹੀਦੀ। ਜੇਕਰ ਤੁਸੀਂ 18 ਸਾਲ ਦੇ 2 ਜਨਵਰੀ ਨੂੰ ਵੀ ਹੁੰਦੇ ਹੋ ਤਾਂ ਤੁਸੀਂ ਇਸ ਪੋਸਟ ਨੂੰ ਅਪਲਾਈ ਨਹੀਂ ਕਰ ਸਕਦੇ। ਇਸ ਦੀ ਜੋ ਮਿਨੀਮਮ ਏਜ ਹੈ ਉਹ ਹੈ 18 ਸਾਲ, ਜੋ ਮੈਕਸੀਮਮ ਏਜ ਹੈ ਉਹ ਹੈ 37 ਸਾਲ। ਜੇਕਰ ਤੁਸੀਂ SC BC ਜਾਂ ST ਇਸ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਤਾਂ ਤੁਹਾਡੀ ਜੋ ਮੈਕਸੀਮਮ ਏਜ ਲਿਮਿਟ ਹੈ ਉਹ ਹੈ 42 ਸਾਲ। ਜੇਕਰ ਤੁਸੀਂ ਐਕਸ ਸਰਵਿਸਮੈਨ ਹੋ ਤਾਂ ਤੁਹਾਡੀ ਜੋ ਮੈਕਸੀਮਮ ਏਜ ਲਿਮਿਟ ਹੈ ਉਹ ਹੈ 40 ਸਾਲ। ਅਗਰ ਤੁਸੀਂ ਗਵਰਨਮੈਂਟ ਐਮਪਲਾਈ ਹੋ, ਰੈਗੂਲਰ ਐਮਪਲਾਈ ਹੋ ਔਰ ਇਸ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਜੋ ਮੈਕਸੀਮਮ ਏਜ ਲਿਮਿਟ ਹੈ ਉਹ ਹੈ 45 ਸਾਲ। ਜੋ ਪਰਸਨਸ ਹੁੰਦੇ ਆ ਲਾਈਕ ਡਿਸੇਬਿਲਿਟੀ, ਲਾਈਕ ਹੈਂਡੀਕੈਪ ਵਗੈਰਾ, ਇੱਦਾਂ ਉਹਨਾਂ ਦੀ ਜੋ ਏਜ ਲਿਮਿਟ ਹੈ ਉਹ ਹੈ 47 ਸਾਲ। ਜੋ ਇਸ ਦੀ ਐਪਲੀਕੇਸ਼ਨ ਫੀਸ ਹੈ ਜਨਰਲ ਕੈਂਡੀਡੇਟਸ ਲਈ ਉਹ ਇਸ ਪ੍ਰਕਾਰ ਹੈ। ਜਨਰਲ ਕੈਂਡੀਡੇਟਸ ਲਈ ਹੈ 1500, SC ST EWS PWD ਦੇ ਕੈਂਡੀਡੇਟਸ ਨੇ ਜਿਹੜੇ ਉਹਨਾਂ ਲਈ ਹੈ 900 ਅਤੇ ਜੋ ਐਕਸ ਸਰਵਿਸਮੈਨ ਨੇ ਉਹਨਾਂ ਲਈ ਹੈ 700। ਹਾਂਜੀ, ਸਭ ਤੋਂ ਪਹਿਲਾਂ ਜਿਹੜੀ ਪੋਸਟ ਆਉਂਦੀ ਹੈ ਉਹ ਆਉਂਦੀ ਹੈ ਸਿਵਿਲੀਅਨ ਸਪੋਰਟ ਸਟਾਫ ਲੀਗਲ ਦੇ ਵਿੱਚ। ਇਸ ਦੇ ਵਿੱਚ ਜੋ ਲੀਗਲ ਆਫਿਸਰ ਹੈ ਉਸ ਦੀਆਂ 11 ਪੋਸਟਾਂ ਨੇ ਔਰ ਇਸ ਦੇ ਲਈ ਤੁਹਾਨੂੰ ਬੈਚਲਰ ਡਿਗਰੀ ਚਾਹੀਦੀ ਹੈਗੀ ਲਾਅ ਦੇ ਵਿੱਚ, ਮਿਨੀਮਮ ਆਫ 50% ਮਾਰਕਸ, ਔਰ ਇਸ ਦੇ ਇਕੁਇਵਲੈਂਟ ਕੋਈ ਹੋਰ ਡਿਗਰੀ ਹੋਵੇ ਜਾਂ ਫਿਰ ਡਿਪਲੋਮਾ ਉਸ ਬੇਸ 'ਤੇ। ਅਤੇ ਇਸ ਦੇ ਨਾਲ ਹੀ ਤੁਹਾਨੂੰ ਜੋ ਐਕਸਪੀਰੀਅੰਸ ਹੈ ਉਹ ਚਾਹੀਦਾ ਹੈਗਾ 7 ਸਾਲ ਐਜ਼ ਅ ਲੀਗਲ ਔਰ ਪ੍ਰੈਕਟਿਸਿੰਗ ਲਾਇਰ ਇਨ ਸੁਪਰੀਮ ਕੋਰਟ ਆਫ ਇੰਡੀਆ, ਹਾਈ ਕੋਰਟ, ਡਿਸਟ੍ਰਿਕਟ ਕੋਰਟ। ਯਾਨੀ ਕਿ ਤੁਸੀਂ ਪ੍ਰੈਕਟਿਸਿੰਗ ਲਾਇਰ ਹੋਣੇ ਚਾਹੀਦੇ ਹੋ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਹੋਵੋ ਜਾਂ ਫਿਰ ਹਾਈ ਕੋਰਟ ਦੇ ਵਿੱਚ ਜਾਂ ਫਿਰ ਆਪਣੀਆਂ ਜੋ ਡਿਸਟ੍ਰਿਕਟ ਕੋਰਟਸ ਹੁੰਦੀਆਂ ਉਹਦੇ ਵਿੱਚ। ਅਤੇ ਇਸ ਦੀ ਜੋ ਸੈਲਰੀ ਹੈ ਜੀ ਉਹ ਹੈ 29,200। ਉਸ ਤੋਂ ਬਾਅਦ ਆਉਂਦੀ ਹੈ ਜੀ ਅਸਿਸਟੈਂਟ ਲੀਗਲ ਆਫਿਸਰ ਪੋਸਟ, ਇਸ ਦੀਆਂ 120 ਪੋਸਟਾਂ ਨੇ। ਇਸ ਦੇ ਵਿੱਚ ਜੋ ਕੁਆਲੀਫਿਕੇਸ਼ਨ ਹੈ ਉਹ ਸੇਮ ਲੀਗਲ ਆਫਿਸਰ ਦੇ ਨਾਲ ਦੀ ਚਾਹੀਦੀ ਹੈਗੀ ਹੈ, ਬਟ ਜੋ ਐਕਸਪੀਰੀਅੰਸ ਇੱਥੇ ਰਹਿ ਜਾਂਦਾ ਹੈ ਸਿਰਫ 2 ਸਾਲ। ਅਤੇ ਇਸ ਦੀ ਜੋ ਸੈਲਰੀ ਹੈ ਜੀ ਉਹ ਹੈ 25,500। ਉਸ ਤੋਂ ਬਾਅਦ ਆਉਂਦੀਆਂ ਨੇ ਜੀ ਫੋਰੈਂਸਿਕਸ ਆਫਿਸਰ ਦੀਆਂ ਪੋਸਟ, ਇਹ ਨੇ 24।
ਇਸ ਦੇ ਲਈ ਤੁਹਾਨੂੰ ਬੈਚਲਰ ਡਿਗਰੀ ਚਾਹੀਦੀ ਹੈਗੀ ਆ ਫੋਰੈਂਸਿਕਸ ਔਰ ਇਸ ਦੇ ਇਕੁਇਵਲੈਂਟ, ਯਾਨੀ ਕਿ ਜੇਕਰ ਹੋਰ ਤੁਸੀਂ ਕੋਈ ਡਿਗਰੀ ਕੀਤੀ ਹੈ ਜਾਂ ਫਿਰ ਡਿਪਲੋਮਾ ਕੀਤਾ, ਔਰ ਇਸ ਦੇ ਲਈ ਤੁਹਾਨੂੰ 7 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈਗਾ, ਚਾਹੇ ਉਹ ਗਵਰਨਮੈਂਟ ਹੈ ਜਾਂ ਫਿਰ ਅਰਧ ਗਵਰਨਮੈਂਟ ਲਗਾ ਲਓ, ਠੀਕ ਹੈ। ਉਸ ਦੇ ਵਿੱਚ ਚਾਹੇ ਕੋਈ ਸਾਇੰਸ ਲੈਬੋਰਟਰੀ ਹੈ, ਚਾਹੇ ਇੰਸਟੀਚਿਊਟ ਹੈ, ਚਾਹੇ ਕੋਈ ਪਬਲਿਕ ਸੈਕਟਰ ਲੈਬੋਰਟਰੀ ਹੈ। ਇਸ ਦੀ ਜੋ ਸੈਲਰੀ ਹੈ ਜੀ ਉਹ ਹੈ 29,200। ਉਸ ਤੋਂ ਬਾਅਦ ਜੋ ਪੋਸਟ ਆਉਂਦੀ ਹੈ ਉਹ ਹੈ ਅਸਿਸਟੈਂਟ ਫੋਰੈਂਸਿਕਸ ਆਫਿਸਰ। ਇਸ ਦੀਆਂ 150 ਪੋਸਟਾਂ ਨੇ। ਜੋ ਇਸ ਦੀ ਕੁਆਲੀਫਿਕੇਸ਼ਨ ਹੈ ਉਹ ਸੇਮ ਫੋਰੈਂਸਿਕਸ ਆਫਿਸਰ ਵਾਲੀ ਹੈ, ਬੈਚਲਰ ਡਿਗਰੀ ਇਨ ਫੋਰੈਂਸਿਕਸ, ਬਟ ਜੋ ਐਕਸਪੀਰੀਅੰਸ ਹੈ ਉਹ ਇੱਥੇ ਹੈ 2 ਸਾਲ ਦਾ। 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈਗਾ। ਜੋ ਫੋਰੈਂਸਿਕ ਆਫਿਸਰ ਸੀ ਉਸ ਦੇ ਵਿੱਚ 7 ਸਾਲ ਦਾ। ਜੋ ਇਸ ਦੀ ਸੈਲਰੀ ਹੈ ਜੀ ਉਹ ਹੈ 25,500। ਉਸ ਤੋਂ ਬਾਅਦ ਜੋ ਪੋਸਟ ਆਉਂਦੀ ਹੈ ਜੀ ਉਹ ਹੈ ਕੰਪਿਊਟਰ/ਡਿਜੀਟਲ ਫੋਰੈਂਸਿਕਸ ਆਫਿਸਰ। ਇਸ ਦੀਆਂ 13 ਹੀ ਪੋਸਟਾਂ ਨੇ, ਪਰ ਇਸ ਦੇ ਲਈ ਤੁਹਾਨੂੰ ਬੈਚਲਰ ਡਿਗਰੀ ਚਾਹੀਦੀ ਹੈਗੀ ਕੰਪਿਊਟਰ ਸਾਇੰਸ ਦੇ ਵਿੱਚ, ਜਾਂ ਫਿਰ IT, ਜਾਂ ਫਿਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ। ਔਰ ਇਸ ਦੇ ਨਾਲ ਤੁਹਾਨੂੰ ਐਕਸਪੀਰੀਅੰਸ ਚਾਹੀਦਾ ਹੈਗਾ 12 ਸਾਲ ਦਾ। ਉਸੇ IT ਸੈਕਟਰ ਦੇ ਵਿੱਚ ਤੁਹਾਨੂੰ ਐਕਸਪੀਰੀਅੰਸ ਚਾਹੀਦਾ ਹੈਗਾ। ਔਰ ਇਸ ਦੀ ਜੋ ਸੈਲਰੀ ਹੈ ਜੀ ਉਹ ਹੈ 29,200। ਉਸ ਤੋਂ ਬਾਅਦ ਜੀ ਆਪਾਂ ਗੱਲ ਕਰਦੇ ਹਾਂ ਇਨਫੋਰਮੇਸ਼ਨ ਟੈਕਨੋਲੋਜੀ ਆਫਿਸਰ ਦੀਆਂ, ਜਿਸ ਦੀਆਂ 21 ਪੋਸਟਾਂ ਨੇ। ਇਸ ਦੇ ਲਈ ਤੁਹਾਨੂੰ ਜੋ ਬੈਚਲਰ ਡਿਗਰੀ ਚਾਹੀਦੀ ਹੈਗੀ ਕੰਪਿਊਟਰ ਸਾਇੰਸ, IT, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ। ਔਰ ਇਸ ਦੇ ਲਈ ਐਕਸਪੀਰੀਅੰਸ ਜੋ ਹੈ ਉਹ ਜੋ ਚਾਹੀਦਾ ਹੈਗਾ 7 ਸਾਲ ਦਾ। ਇਸ ਦੀ ਜੋ ਸੈਲਰੀ ਹੈ ਜੀ ਉਹ ਹੈ 25,500। ਜੋ ਇਨਫੋਰਮੇਸ਼ਨ ਟੈਕਨੋਲੋਜੀ ਅਸਿਸਟੈਂਟ ਹੈ, ਇਸ ਦੀਆਂ 214 ਪੋਸਟਾਂ ਨੇ। ਇਸ ਦੀ ਜੋ ਕੁਆਲੀਫਿਕੇਸ਼ਨ ਹੈ ਉਹ ਸੇਮ ਹੈ, ਬੈਚਲਰ ਡਿਗਰੀ ਇਨ ਕੰਪਿਊਟਰ ਸਾਇੰਸ, IT ਔਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ, ਬਟ ਜੋ ਇਸ ਦਾ ਐਕਸਪੀਰੀਅੰਸ ਹੈ ਉਹ ਤੁਹਾਨੂੰ ਚਾਹੀਦਾ ਹੈਗਾ 2 ਸਾਲ ਦਾ, ਚਾਹੇ ਉਹ ਪਬਲਿਕ ਸੈਕਟਰ ਹੈ ਚਾਹੇ ਉਹ ਪ੍ਰਾਈਵੇਟ ਸੈਕਟਰ। ਇਸ ਦੀ ਜੋ ਸੈਲਰੀ ਹੈ ਜੀ ਉਹ ਹੈ 19,900। ਉਸ ਤੋਂ ਬਾਅਦ ਆਉਂਦੀ ਹੈ ਜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਪੋਰਟ ਆਫਿਸਰ। ਇਸ ਦੀਆਂ 11 ਪੋਸਟਾਂ ਨੇ। ਇਸ ਦੇ ਲਈ ਤੁਹਾਨੂੰ ਬੈਚਲਰ ਡਿਗਰੀ ਚਾਹੀਦੀ ਹੈਗੀ ਹੈ ਕਮਰਸ ਜਾਂ ਫਿਰ ਫਾਈਨਾਂਸ ਦੇ ਵਿੱਚ, ਔਰ ਉਸ ਦੇ ਨਾਲ 7 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈਗਾ ਅਕਾਊਂਟਿੰਗ ਤੇ ਬੈਂਕਿੰਗ ਜਾਂ ਫਿਰ ਫਾਈਨੈਂਸ਼ੀਅਲ ਫਰਾਡ ਇਨਵੈਸਟੀਗੇਟਰਸ। ਸੈਲਰੀ ਇਸ ਦੀ ਹੈ ਜੀ 29,200। ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਪੋਰਟ ਅਸਿਸਟੈਂਟ, ਇਸ ਦੀਆਂ 70 ਪੋਸਟਾਂ ਨੇ। ਇਸ ਦੀ ਜੋ ਕੁਆਲੀਫਿਕੇਸ਼ਨ ਹੈ ਉਹ ਸੇਮ ਇਨਵੈਸਟੀਗੇਸ਼ਨ ਸਪੋਰਟ ਆਫਿਸਰ ਦੀ ਹੈ, ਬਟ ਇਸ ਦਾ ਜੋ ਐਕਸਪੀਰੀਅੰਸ ਹੈ ਉਹ ਚਾਹੀਦਾ ਹੈਗਾ 2 ਸਾਲ, ਔਰ ਇਸ ਦੀ ਸੈਲਰੀ ਹੈ ਜੀ 25,500। ਹਾਂਜੀ, ਉਸ ਤੋਂ ਬਾਅਦ ਤੁਹਾਨੂੰ ਇਸ ਦਾ ਜੋ ਸਿਲੈਕਸ਼ਨ ਪ੍ਰੋਸੈਸ ਹੈ ਉਸ ਦੇ ਬਾਰੇ ਦੱਸ ਦਿੰਦੇ ਹਾਂ। ਜੋ ਸਿਲੈਕਸ਼ਨ ਪ੍ਰੋਸੈਸ ਹੈ ਉਸ ਦੇ ਵਿੱਚ ਕੀ ਹੈ, ਤੁਹਾਡਾ ਜੋ ਕੰਪਿਊਟਰ ਬੇਸਡ ਟੈਸਟ ਹੋਏਗਾ। ਉਸ ਤੋਂ ਬਾਅਦ ਜੋ ਸਟੇਜ 2 ਹੈ ਉਹਦੇ ਵਿੱਚ ਜੋ ਤੁਹਾਡੇ ਡਾਕੂਮੈਂਟ ਨੇ ਉਹ ਚੈੱਕ ਹੋਣਗੇ। ਜੋ ਸਿਲੇਬਸ ਹੈ ਉਹ ਸਾਰੀਆਂ ਪੋਸਟਾਂ ਦਾ ਇਸ ਪ੍ਰਕਾਰ ਹੈ, ਜਿਵੇਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਇਸ ਦਾ ਜੋ PDF ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ, ਤੁਸੀਂ ਉੱਥੋਂ ਦੇਖ ਸਕਦੇ ਹੋ। ਜੋ ਇਸ ਦਾ ਕੰਪਿਊਟਰ ਬੇਸਡ ਟੈਸਟ ਹੋਏਗਾ ਉਹ 2 ਘੰਟਿਆਂ ਦਾ ਹੋਏਗਾ, ਤੇ ਉਸ ਦੇ ਵਿੱਚ 100 ਕੁਐਸਚਨ ਹੋਣਗੇ ਤੇ ਮੈਕਸਿਮਮ ਨੰਬਰ ਹੋਣਗੇ 400। ਤੇ ਇਸ ਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਹੋਏਗੀ, ਜੋ ਕਿ ਹੋਏਗੀ 25%, ਯਾਨੀ ਕਿ ਅਗਰ ਤੁਹਾਡਾ ਇੱਕ ਕੁਐਸਚਨ ਗਲਤ ਹੁੰਦਾ ਹੈ ਤਾਂ ਤੁਹਾਡਾ 1 ਨੰਬਰ ਕੱਟਿਆ ਜਾਵੇਗਾ। ਤੁਹਾਨੂੰ ਨੈਕਸਟ ਸਟੇਜ ਲਈ ਅਪਲਾਈ ਹੋਣ ਲਈ ਐਟਲੀਸਟ 25% ਮਾਰਕਸ ਚਾਹੀਦੇ ਹੈਗੇ ਆ। ਜੇਕਰ ਤੁਸੀਂ SC, BC, EWS, ਐਕਸ ਸਰਵਿਸਮੈਨ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ, ਔਰ ਜੇਕਰ ਤੁਸੀਂ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਤਾਂ ਤੁਹਾਨੂੰ ਮਿਨੀਮਮ 30% ਮਾਰਕਸ ਚਾਹੀਦੇ ਹੈ। ਇਹ ਹੈ ਇਸ ਦਾ ਔਨਲਾਈਨ ਪ੍ਰੋਸੀਜਰ। ਇਸ ਦੇ ਵਿੱਚ ਕੀ ਹੈ, ਜੋ ਇਹ ਲਿੰਕ ਹੈ ਇਹ ਤੁਹਾਨੂੰ ਸਾਡੇ ਜੋ ਵੀਡੀਓ ਦਾ ਡਿਸਕ੍ਰਿਪਸ਼ਨ ਬਾਕਸ ਹੈ ਉਸ ਵਿੱਚ ਮਿਲ ਜਾਏਗਾ, ਉੱਥੋਂ ਤੁਸੀਂ ਅਪਲਾਈ ਕਰ ਸਕਦੇ ਹੋ। ਉੱਥੇ ਤੁਸੀਂ ਸੇਮ ਜਿੱਦਾਂ ਜੇਕਰ ਤੁਸੀਂ ਪਹਿਲਾਂ ਪੋਸਟ ਅਪਲਾਈ ਕੀਤੀ ਆ ਤਾਂ ਸੇਮ ਉੱਥੇ ID ਰਜਿਸਟਰ ਕਰਕੇ ਉਸ ਤੋਂ ਬਾਅਦ ਅਪਲਾਈ ਕਰ ਸਕਦੇ ਹੋ ਆਪਣੀਆਂ ਡਿਟੇਲਸ ਨਾਲ। ਜੋ ਡਿਟੇਲਸ ਤੁਹਾਨੂੰ ਚਾਹੀਦੀਆਂ ਹੋਣਗੀਆਂ ਉਹ ਹੋਣਗੀਆਂ ਪਰਸਨਲ ਡਿਟੇਲਸ, ਜੋ ਤੁਹਾਡੀ ਇਨਫੋਰਮੇਸ਼ਨ ਹੋਗੀ, ਬੇਸਿਕ ਇਨਫੋਰਮੇਸ਼ਨ, ਇੱਕ ਵੈਲਿਡ ਐਂਡ ਐਕਟਿਵ ਈਮੇਲ ID, ਇੱਕ ਵੈਲਿਡ ਮੋਬਾਈਲ ਨੰਬਰ ਜਿਸ 'ਤੇ ਤੁਹਾਡਾ SMS ਐਟਲੀਸਟ ਆ ਸਕੇ, ਤੇ ਕੋਈ ਵੀ 2 ਪ੍ਰੂਫ, ਆਧਾਰ ਕਾਰਡ, ਪਾਸਪੋਰਟ, ਵੋਟਰ ID ਕਾਰਡ, ਡਰਾਈਵਿੰਗ ਲਾਇਸੈਂਸ ਔਰ ਪੈਨ ਕਾਰਡ, ਤੇ ਇੱਕ ਮੈਟ੍ਰਿਕੇਸ਼ਨ ਸਰਟੀਫਿਕੇਟ ਫॉर ਪ੍ਰੂਫ ਆਫ ਏਜ ਇਹ ਵੀ ਲੱਗੇਗਾ। ਤੇ ਇੱਕ ਗੱਲ ਮੈਂ ਦੱਸਣੀ ਭੁੱਲ ਗਿਆ ਸੀ ਵੀ 10ਵੀਂ ਦੇ ਵਿੱਚ ਪੰਜਾਬੀ ਪਾਸ ਹੋਣੀ ਜ਼ਰੂਰੀ, ਤੇ ਬਾਕੀ ਤੁਹਾਡੇ ਜੋ ਦੂਸਰੇ ਸਰਟੀਫਿਕੇਟਸ ਨੇ ਉਹ ਹੋ ਗਏ, ਤੇ ਉਸ ਦੀ ਆਨਲਾਈਨ ਪੇਮੈਂਟ ਹੋਏਗੀ। ਤੇ ਜਿਹੜੀ ਤੁਸੀਂ ਫੋਟੋ ਅਪਲੋਡ ਕਰਨੀ ਹੈ ਉਹ 3 ਮਹੀਨਿਆਂ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ, ਤੇ ਉਸ ਦਾ ਜੋ ਸਾਈਜ਼ ਹੈ ਉਹ 50 ਤੋਂ 200 KB ਦੇ ਵਿੱਚ ਹੋਣਾ ਚਾਹੀਦਾ। ਸੋ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।